ਸਮਾਜ ਵਿੱਚ ਇਸਤਰੀਆਂ ਦਾ ਪੂਰਾ ਸਨਮਾਨ ਸੀ। ਉਹ ਆਪਣੀ ਇੱਛਾ ਅਨੁਸਾਰ ਪੜ੍ਹ ਲਿਖ ਸਕਦੀਆਂ ਸਨ, ਇੱਛਾ ਅਨੁਸਾਰ ਵਿਆਹ ਕਰਵਾ ਸਕਦੀਆਂ ਸੀ, ਆਪਣੇ ਪਤੀਆਂ ਨਾਲ ਹਵਨ 'ਚ ਭਾਗ ਲੈਂਦੀਆਂ ਸਨ, ਸਮਾਜਿਕ ਕੰਮਾਂ ਵਿੱਚ ਯੋਗਦਾਨ ਦਿੰਦੀਆਂ ਸਨ। ਪ੍ਰਸਿੱਧ ਔਰਤਾਂ ਅਪਲਾ ਘੋਸ਼ਾ, ਵਿਸ਼ਵਾਰਾ, ਸ਼ਾਰਦਾ, ਲੋਪਾਮੁਦਰਾ, ਮੁਦਗਾਲਣੀ ਆਦਿ ਦੇ ਨਾਮ ਵਰਣਨਯੋਗ ਹੈ। ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਸੀ। ਆਤਮਾ ਸਵਰਗ ਨਰਕ ਦਾ ਵਿੱਚ ਵਿਸ਼ਵਾਸ ਰੱਖਦੇ ਸੀ। ਜਾਤੀ ਪ੍ਰਥਾ ਕਠੋਰ ਨਹੀਂ ਸੀ। ਵਿਆਹ ਦੀ ਪ੍ਰਥਾ ਚੱਲਤ ਸੀ। 4 ਫੇਰਿਆਂ ਦੀ ਪ੍ਰਥਾ ਸੀ। ਦਾਜ ਪ੍ਰਥਾ ਸੀ, ਪਰ ਨੁਕਸ ਹੋਣ 'ਤੇ ਦਿੱਤਾ ਜਾਂਦਾ ਸੀ। ਕੁੜੀ ਦੇ ਵਿੱਚ ਕੋਈ ਨੁਕਸ ਹੋਣ 'ਤੇ ਦਾਜ ਦਿੱਤਾ ਜਾਂਦਾ ਸੀ। ਸੰਸਕਾਰ ਸੀ ਜਿਹੜਾ ਸੰਸਕਾਰ ਜਲਾ ਕੇ ਅਤੇ ਦਫਨਾ ਕੇ ਦੋਨੇ ਤਰੀਕਿਆਂ ਨਾਲ ਕੀਤਾ ਜਾਂਦਾ ਸੀ। ਵਿਧਵਾ ਔਰਤ ਨੂੰ ਦਫਨਾਇਆ ਜਾਂਦਾ ਸੀ। ਕੱਪੜੇ ਸੂਤੀ ਅਤੇ ਰੇਸ਼ਮੀ ਪਹਿਨੇ ਜਾਂਦੇ ਸਨ। ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਪ੍ਰਚਲਿਤ ਸੀ। ਸੋਮ ਰਸ ਜਾਂ ਸੁਰਾ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਸੀ। ਇਹਨਾਂ ਦਾ ਰਾਜਨੀਤਿਕ ਜੀਵਨ ਹੈ ਉਹ ਕਬੀਲਿਆਂ ਦੇ ਵਿੱਚ ਵਿਵਸਥਾ ਕੀਤੀ ਸੀ। ਰਾਜਾ ਨੂੰ ਰਾਜਨ ਕਿਹਾ ਜਾਂਦਾ ਸੀ। ਰਾਜੇ ਕੋਲ ਬਹੁਤੀਆਂ ਸ਼ਕਤੀਆਂ ਨਹੀਂ ਹੁੰਦੀਆਂ ਸੀ। ਨਾ ਮਾਤਰ ਦਾ ਮੁਖੀ ਹੁੰਦਾ ਸੀ। ਅਲੱਗ-ਅਲੱਗ ਥਾਵਾਂ 'ਤੇ ਰਾਜੇ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਜਾਣਿਆ ਜਾਂਦਾ ਸੀ। ਪੂਰਬ ਦਾ ਰਾਜਾ ਸਮਰਾਟ, ਪੱਛਮ ਦਾ ਰਾਜਾ ਸਵਰਾਟ, ਉੱਤਰ ਦਾ ਰਾਜਾ ਵਿਰਾਟ, ਦੱਖਣ ਦਾ ਰਾਜਾ ਭੋਜ, ਮੱਧ ਭਾਰਤ ਦਾ ਰਾਜਾ ਰਾਜਨ ਕਿਹਾ ਜਾਂਦਾ ਸੀ। ਰਾਜਾ ਦੀ ਸਹਾਇਤਾ ਲਈ ਕਈ ਅਧਿਕਾਰੀ ਸਨ। ਪੁਰੋਹਿਤ, ਰਾਜੇ ਦਾ ਮੁੱਖ ਸਲਾਹਕਾਰ, ਧਾਰਮਿਕ ਮੁਖੀ, ਸੈਨਾਨੀ, ਸੈਨਾਪਤੀ, ਗ੍ਰਾਮੀਣ, ਗ੍ਰਾਮ ਦਾ ਮੁਖੀ, ਉਗਰ, ਦੋਸ਼ੀ ਫੜਨ ਵਾਲਾ, ਸਪਰਸ਼, ਜਸੂਸ, ਵਜਰਪਤੀ, ਚਾਰਗਾ, ਜ਼ਮੀਨ ਦਾ ਅਧਿਕਾਰੀ। ਆਧੁਨਿਕ ਸੰਸਦ ਦੀ ਤਰ੍ਹਾਂ 2 ਸੰਸਥਾਵਾਂ ਸਨ, ਸਭਾ ਅਤੇ ਸੰਮਤੀ। ਇਹਦੇ ਵਿੱਚ ਔਰਤਾਂ ਵੀ ਭਾਗ ਲੈ ਸਕਦੀਆਂ ਸਨ। ਪ੍ਰਸ਼ਾਸਨਿਕ ਪੱਧਰ 'ਤੇ 5 ਇਕਾਈਆਂ ਸਨ। ਕੁਲ ਦਾ ਮੁਖੀ ਕੁਲਪਤੀ, ਗ੍ਰਾਮ, ਗ੍ਰਾਮੀਣ, ਵਿਸ਼ਪਤੀ, ਜਨ, ਰਾਜਾ, ਮਹਾਜਨਪਦ, ਗੋਪਤੀ। ਸੈਨਾ ਨਿਯਮਤ ਨਹੀਂ ਰੱਖੀ ਜਾਂਦੀ ਸੀ। ਰਤਨੀ ਰਾਜੇ ਦਾ ਸਹਾਇਕ। ਰਿਗਵੇਦ ਕਾਲ ਵਿੱਚ ਨਿਯੋਗ ਪ੍ਰਥਾ ਪ੍ਰਚਲਿਤ ਸੀ। ਵਿਧਵਾ ਔਰਤ ਆਪਣੇ ਮਰ ਚੁੱਕੇ ਪਤੀ ਦੇ ਭਰਾ ਨਾਲ ਵਿਆਹ ਕਰਵਾ ਸਕਦੀ ਸੀ। ਪ੍ਰਤੀਲੋਮ ਲਾੜੀ ਉੱਚੇ ਵੰਸ਼ ਦੀ ਅਤੇ ਲੜਕਾ ਨੀਵੇਂ ਵੰਸ਼ ਦਾ। ਅਨੁਲੋਮ ਲਾੜੀ ਨੀਵੇਂ ਵੰਸ਼ ਦੀ ਅਤੇ ਲਾੜਾ ਉੱਚ ਵੰਸ਼ ਦਾ। ਉੱਤਰ ਵੈਦਿਕ ਕਾਲ, ਸਮਾਂ 1000 BC ਤੋਂ 600 BC। ਆਰੀਆ ਲੋਕ ਉੱਤਰੀ ਭਾਰਤ ਵਿੱਚ ਸਥਾਈ ਤੌਰ 'ਤੇ ਵਸ ਗਏ ਸਨ। ਆਰੀਆ ਦਾ ਵਿਸਥਾਰ ਸਰਸਵਤੀ ਤੋਂ ਗੰਗਾ ਤੱਕ। ਘੋੜ ਰਥਾਂ ਦੀ ਵਰਤੋਂ ਸ਼ੁਰੂ ਹੋ ਗਈ। ਲੋਹੇ ਦੇ ਹਥਿਆਰ ਬਣਨ ਲੱਗ ਗਏ। ਗੋਤਰ ਵਿਵਸਥਾ ਸ਼ੁਰੂ ਹੋਈ। ਜਾਤ ਪਾਤ ਜਿਹੜੀ ਸੀ ਉਹ ਕਠੋਰ ਹੋ ਗਈ। ਕਿੱਤੇ ਦੀ ਬਜਾਏ ਜਨਮ ਦੇ ਆਧਾਰਿਤ ਦਾਜ ਪ੍ਰਥਾ ਸ਼ੁਰੂ ਹੋ ਗਈ। ਅੰਤਰਜਾਤੀ ਵਿਆਹ ਸੀ ਜਿਹੜੇ ਉਹ ਪਸੰਦ ਨਹੀਂ ਕੀਤੇ ਜਾਂਦੇ ਸੀ। ਔਰਤ ਦੀ ਸਥਿਤੀ ਵਿੱਚ ਗਿਰਾਵਟ ਆਈ। ਰੰਗਦਾਰ ਕੱਪੜੇ ਪਹਿਨਣ ਦਾ ਰਿਵਾਜ ਸ਼ੁਰੂ ਹੋਇਆ। ਵਧੇਰੇ ਕਰਕੇ ਕੇਸਰੀ ਰੰਗ ਵਰਤਿਆ ਜਾਂਦਾ ਸੀ। ਸੋਮਰਸ ਦੀ ਥਾਂ ਮੈਮੂਰ, ਪੁਤਰਿਕਾ, ਉਗਨਾਨੀ ਦੀ ਵਰਤੋਂ ਹੋਣ ਲੱਗੀ। ਦੀਵਾ ਅਤੇ ਡਰਮ ਵਰਤੇ ਜਾਣ ਲੱਗੇ। ਸਵਾਰੀ ਲਈ ਹਾਥੀ, ਘੋੜੇ ਤੇ ਬੈਲ ਗੱਡੀਆਂ ਦੀ ਵਰਤੋਂ ਹੋਣ ਲੱਗੀ। ਸ਼ਿਵਜੀ, ਬ੍ਰਹਮਾ ਤੇ ਵਿਸ਼ਨੂੰ ਦੀ ਪੂਜਾ ਹੋਣ ਲੱਗੀ। ਕਈ ਤਰ੍ਹਾਂ ਦੇ ਜਗ ਬਲੀ ਰੀਤੀ ਰਿਵਾਜ ਸ਼ੁਰੂ ਹੋਏ। ਠੀਕ ਹੈ। ਧਰਮ ਗੁੰਝਲਦਾਰ ਹੋ ਗਿਆ। ਤਪੋਵਨ ਸਿਸਟਮ ਸ਼ੁਰੂ ਹੋਇਆ। ਪ੍ਰਸਿੱਧ ਤਪੋਵਨ ਰਿਸ਼ੀ ਸ਼ਰਵੰਗ, ਅਗਸਤਿਆ, ਸੁਤੀਕਸ਼ਨ। 4 ਆਸ਼ਰਮ ਹੋਣ ਚਾਹੇ। ਪਿੰਡਾਂ 'ਚੋਂ ਸ਼ਹਿਰ ਵਸਣ ਲੱਗੇ। ਲੋਹੇ ਦੀ ਖੋਜ ਹੋਣ ਲੱਗੀ। ਖੇਤੀਬਾੜੀ ਸ਼ੁਰੂ ਹੋਈ। ਵਪਾਰ, ਇਹਨਾਂ ਦੇ ਵਿੱਚ ਸੁਧਾਰ ਆਇਆ। ਉਦਯੋਗ ਦਾ ਵਿਕਾਸ ਹੋਇਆ। ਰਾਜੇ ਕੋਲੇ ਸਮੁੱਚੀਆਂ ਸ਼ਕਤੀਆਂ ਆ ਗਈਆਂ। ਪੁਰੋਹਿਤ, ਸਭਾ ਅਤੇ ਸੰਮਤੀ ਦੀ ਥਾਂ ਪੁਰੋਹਿਤ ਦੀ ਸ਼ਕਤੀਆਂ ਵੱਧ ਗਈਆਂ। ਪੁਰੋਹਿਤ ਰਾਜ ਦੇ ਅਧੀਨ ਹੋ ਗਿਆ। ਨਿਸ਼ਕਾ ਦੇ ਨਾਲ ਨਵੇਂ ਸਿੱਕੇ ਸੀ ਜਿਹੜੇ ਸ਼ੁਰੂ ਹੋ ਗਏ। ਸਾਤਮਾਨਾਂ ਦੀ ਵਰਤੋਂ ਹੋਣ ਲੱਗੀ। ਨਵੀਆਂ ਉਪਾਧੀਆਂ, ਸਾਰਥੀ, ਰਥਕਾਰ, ਭਗਦੱਤਾ, ਟੈਕਸ ਇਕੱਠਾ ਕਰਨ ਵਾਲਾ, ਅਕਸ਼ਵਤਪਾ, ਜੂਏ ਤੇ ਨਿਗਰਾਨੀ ਆਦਾਨ ਪ੍ਰਦਾਨ ਕਰਨ ਵਾਲਾ, ਉਗਰਾਣ, ਪੁਲਿਸ ਨੂੰ ਕਿਹਾ ਜਾਂਦਾ ਸੀ, ਮਹਿਸ਼ੀ ਰਾਣੀ ਨੂੰ, ਯਵਰਾਜ ਰਾਜੇ ਦੇ ਪੁੱਤਰ ਨੂੰ, ਸਤੀਪਤੀ 100 ਪਿੰਡ ਦਾ ਮੁਖੀ, ਕਸ਼ਾਤਰੀ
ਘਰੇਲੂ ਕੰਮਾਂ ਦਾ ਮੁਖੀ, ਪ੍ਰਜਾਪਤੀ, ਸੁਪਰੀਮ ਕੋਰਟ। ਵੈਦਿਕ ਕਾਲ 'ਚ ਦੋ ਤਰ੍ਹਾਂ ਦੀਆਂ ਜ਼ਮੀਨਾਂ ਸੀ, ਉਰਵਰਾ ਅਤੇ ਖਿਲਾਇਆ। ਉਰਵਰਾ ਖੇਤੀ ਲਈ ਜ਼ਮੀਨ ਅਤੇ ਇਹ ਸੀ ਚਾਰਾਗਾਹ ਅਤੇ ਸ਼ਾਮਲਾਟ ਦੀ ਜ਼ਮੀਨ। ਵੈਦਿਕ ਕਾਲ ਵਿੱਚ ਪ੍ਰਚਲਿਤ ਵਿਆਹ: ਪ੍ਰਜਾਪਤੀ ਵਿਆਹ, ਬਿਨਾਂ ਦਾਜ ਤੋਂ ਵਿਆਹ। ਰਾਕਸ਼ੀ ਵਿਆਹ, ਅਗਵਾ ਕਰਕੇ ਕੀਤਾ ਗਿਆ। ਪੇਸ਼ਾਚੀ, ਗੁਮਰਾਮ ਕਰਕੇ। ਆਰਸ ਕੁੜੀਆਂ ਦਾ ਮੁੱਲ ਤਾਰ ਕੇ। ਗੰਧਰਵ ਵਿਆਹ, ਪ੍ਰੇਮ ਵਿਆਹ। ਬ੍ਰਹਮ ਵਿਆਹ, ਸਮਾਨ ਜਾਤੀ ਨਾਲ ਸਭ ਤੋਂ ਉੱਤਮ ਵਿਆਹ। ਦੈਵ, ਪੰਡਤ ਨੂੰ ਦਾਨ 'ਚ ਮਿਲੀ ਕੰਨਿਆ। ਅਮੂਰੀ, ਕੰਨਿਆ ਖਰੀਦ ਕੇ ਵਿਆਹ ਕੀਤਾ ਗਿਆ। ਇਹਨਾਂ ਸਾਰੇ ਵਿਆਹਾਂ ਸੰਬੰਧੀ ਜਿਹੜੀ ਵਰਣਨ ਹੈ, ਜਿਹੜਾ ਸਾਰੇ ਵਿਆਹਾਂ ਸੰਬੰਧੀ ਵਰਣਨ ਹੈ, ਉਹ ਸਾਨੂੰ ਰਿਗਵੇਦਾਂ ਤੋਂ ਮਿਲਦਾ। ਵਿਆਹ ਸੂਕਤ ਹੇਠ ਦਰਜ ਹੈ, ਅਤੇ ਇਹ ਸਾਰਾ ਕਿਹਦੇ ਹੇਠ ਦਰਜ ਹੈ? ਪੁੱਛ ਲੈਂਦੇ ਵਿਆਹ ਸੂਕਤ। ਵੈਦਿਕ ਕਾਲ ਦੀ ਪ੍ਰਚਲਿਤ ਸ਼ਬਦਾਵਲੀ: ਸੀਤਾ, ਸਰਕਾਰੀ ਭੂਮੀ ਤੋਂ ਸਰਕਾਰ ਨੂੰ ਹੋਣ ਵਾਲੀ ਆਮਦਨ। ਬਲੀ, ਰਾਜਾ ਨੂੰ ਇੱਛਾ ਅਨੁਸਾਰ ਦਿੱਤੀ ਗਈ ਭੇਂਟ। ਮੁਮਕ ਕਰ, ਪਲੇਗ ਜਿਹੀ ਮਹਾਂਮਾਰੀ ਸਮੇਂ ਲਿਆ ਗਿਆ ਕਰ। ਪਰਿਪੁਸ਼, ਰਾਜਾ ਦੁਆਰਾ ਕੀਤਾ ਧਾਰਮਿਕ ਯੱਗ। ਦੋਹਿਤਾ, ਪੁੱਤਰੀ ਨੂੰ ਕਿਹਾ ਜਾਂਦਾ ਸੀ। ਉਪਵਾਸ, ਕਾਸ਼ਤਕਾਰਾਂ ਨੂੰ। ਚੱਕਰ ਪ੍ਰਾਂਤ ਜਾਂ ਰਾਜ ਨੂੰ ਕਹਿੰਦੇ ਸਨ। ਕੁਲਿਆ, ਖੂਹ ਤੋਂ ਖੇਤ ਤੱਕ ਪਾਣੀ ਲਈ ਬਣੇ ਨਾਲੇ ਜਾਂ ਨਾਲੀ। ਪਿਸ਼ਕ, ਡਾਕਟਰ। ਬਲ, ਕਿਸਾਨ। ਕੋਟਕ, ਗ੍ਰਹਿ ਭਾਗ। ਮੁੰਜਵੰਤ, ਹਿਮਾਲਿਆ ਦੀ ਚੋਟੀ। ਮਹਾਮੰਸੀ, ਦਲਾਲ। ਜੇਠਕ, ਸ਼ਿਲਪੀ, ਸੰਘ ਦਾ ਮੁਖੀ। ਵਿਕਨਾਟ, ਸੂਦਖੋਰ ਨੂੰ ਕਹਿੰਦੇ ਸੀ। ਸੂਤ, ਰਥਵਾਨ ਨੂੰ। ਪੁਰਸ਼, ਕਿਲੇ ਦੇ ਅਧਿਕਾਰੀ। ਤਸ਼ਨ, ਤਰਖਾਣ ਨੂੰ ਕਹਿੰਦੇ ਸਨ। ਕਲਾਲ, ਘੁਮਿਆਰ। ਸ਼੍ਰੇਸ਼ਟੀ, ਵਪਾਰੀਆਂ ਨੂੰ ਕਿਹਾ ਜਾਂਦਾ ਸੀ। ਪਣੀ, ਪਸ਼ੂ ਚੋਰ। ਅਧਿਅਕਸ਼, ਨਿਆਂ 'ਚ ਰਾਜੇ ਦੀ ਮਦਦ ਕਰਨ ਵਾਲਾ। ਸ਼੍ਰੀ, ਬਣਾਈ ਜਾਂ ਕਢਾਈ ਕਰਨ ਵਾਲੀਆਂ ਔਰਤਾਂ ਨੂੰ ਕਿਹਾ ਜਾਂਦਾ ਸੀ ਸ਼੍ਰੀ। ਇੱਥੋਂ ਤੱਕ ਸਾਡਾ ਉੱਤਰ ਵੈਦਿਕ ਅਤੇ ਪੂਰਵ ਵੈਦਿਕ ਕਾਲ ਹੈ, ਜਿਹੜਾ ਵੈਦਿਕ ਸੱਭਿਅਤਾ ਬਾਰੇ ਅਸੀਂ ਪੜ੍ਹਿਆ। ਇਹਨਾਂ ਦੋਨਾਂ ਸੱਭਿਅਤਾਵਾਂ ਦੇ ਵਿੱਚ ਫਰਕ ਇਹੀ ਹੈ, ਜਿਹੜੀ ਪੂਰਵ ਵੈਦਿਕ ਸੱਭਿਅਤਾ ਹੈ ਉਸ ਦੇ ਵਿੱਚ ਜਾਤੀ ਵਿਵਸਥਾ ਇੰਨੀ ਕਠੋਰ ਨਹੀਂ ਸੀ ਜਿੰਨੀ ਕਿ ਉੱਤਰ ਵੈਦਿਕ ਦੇ ਵਿੱਚ ਸੀ। ਔਰਤਾਂ ਦੀ ਸਥਿਤੀ ਦੇ ਵਿੱਚ ਸੁਧਾਰ ਸੀ, ਪਰ ਉੱਤਰ ਵੈਦਿਕ ਦੇ ਵਿੱਚ ਔਰਤਾਂ ਦੀ ਸਥਿਤੀ ਵਿੱਚ ਗਿਰਾਵਟ ਆ ਗਈ। ਤਾਂ ਇੱਧਰ ਜਿਹੜੀਆਂ ਔਰਤਾਂ ਸਮਾਜਿਕ ਵਿਵਸਥਾ ਸੀ ਉਹ ਮਾਤ੍ਰਿਕ ਅਤੇ ਪਿਤ੍ਰਿਕ ਦੋਨੇ ਤਰ੍ਹਾਂ ਦੀ ਸੀ, ਪਰ ਇੱਧਰ ਸਮੁੱਚਾ ਜਿਹੜਾ ਪਰਿਵਾਰਿਕ ਢਾਂਚਾ ਉਹ ਵੀ ਚੇਂਜ ਹੋ ਜਾਊਗਾ, ਕਿਉਂਕਿ ਪਿਤ੍ਰਿਕ ਹੀ ਸ਼ੁਰੂ ਹੋ ਜਾਊਗਾ, ਪਰਿਵਾਰ ਦਾ ਮੁਖੀ ਪਿਤਾ। ਇੱਧਰ ਔਰਤਾਂ ਪੜ੍ਹਦੀਆਂ ਸਨ, ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਸਨ, ਆਪਣੀ ਮਰਜ਼ੀ ਦੇ ਨਾਲ ਸਭਾ ਜਾਂ ਸੰਮਤੀ ਦੇ ਵਿੱਚ ਭਾਗ ਲੈ ਸਕਦੀਆਂ ਸਨ, ਰਾਜਨੀਤਿਕ ਵਿਵਸਥਾ ਦੇ ਵਿੱਚ ਭਾਗ ਲੈ ਸਕਦੀਆਂ ਸਨ। ਪਰ ਉੱਤਰ ਵੈਦਿਕ ਕਾਲ ਦੇ ਵਿੱਚ ਔਰਤਾਂ ਦੇ ਵਿੱਚ ਪੂਰਨ ਰੂਪ ਵਿੱਚ ਪਾਬੰਦੀ ਹੋ ਗਈ। ਇਹਨਾਂ ਦੋਨਾਂ ਜਿਹੜੀਆਂ ਵੈਦਿਕ ਸੱਭਿਅਤਾ ਦੇ ਵਿੱਚ ਜਿਹੜਾ ਗਿਰਾਵਟ ਆਈ ਹੈ, ਜਾਂ ਪਹਿਲਾਂ ਔਰਤ ਦੇ ਵਿੱਚ ਸੁਧਾਰ ਸੀ, ਪਹਿਲਾਂ ਸਮਾਜਿਕ ਵਿਵਸਥਾ ਦੇ ਵਿੱਚ ਕਿੰਨਾ ਸੁਧਾਰ ਸੀ, ਫਿਰ ਉਸ ਤੋਂ ਬਾਅਦ ਸਮਾਜਿਕ ਵਿਵਸਥਾ ਵਿਗੜ ਜਾਂਦੀ ਹੈ। ਤਾਂ ਇਹ ਜਿਹੜੀ ਚੀਜ਼ ਹੈ, ਇਹਨਾਂ ਨੂੰ ਡਿਫਰੈਂਸ ਆਪਾਂ ਯਾਦ ਰੱਖਣਾ ਵੀ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ। ਵੈਦਿਕ ਸੱਭਿਅਤਾ ਦੇ ਵਿੱਚ ਦੋ ਕਾਲ ਹੈ, 1500 ਤੋਂ ਲੈ ਕੇ 620 ਤੱਕ ਪੂਰੀ ਸੱਭਿਅਤਾ ਹੈ। ਇਹਦੇ ਵਿੱਚ ਪੂਰਵ ਵੈਦਿਕ ਸੱਭਿਅਤਾ ਜਿਹੜੀ ਹੈ ਉਹ 1500 ਤੋਂ ਲੈ ਕੇ